मौसम भी बदल रहा है ਅਤੇ ਕਈ ਤਰੀਕੇ ਦੇ ਚੇਂਜ ਫਸਲਾਂ ਨੂੰ ਲੈ ਕੇ ਵੀ ਹੋਣਗੇ, ਤਾਂ ਇਸ ਦੇ ਵਿੱਚ ਜਿਹੜੀਆਂ ਕਿਹੜੀਆਂ ਐਸੀਆਂ ਬਿਮਾਰੀਆਂ ਹੈਗੀਆਂ ਜਿਹੜੀਆਂ ਵੱਧਦੇ ਹੋਏ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਸਕਦੀਆਂ? ਜਿਹੜੇ ਕਿ ਬਹੁਤ ਜ਼ਿਆਦਾ ਛੋਟੇ ਬੱਚੇ ਹੁੰਦੇ ਹੈ ਉਹਨਾਂ ਦੇ ਲਈ ਇਹ ਸਰਦੀ ਤੋਂ ਗਰਮੀ ਦਾ ਜਾਂਦਾ ਹੋਇਆ ਮੌਸਮ ਇਹ ਵੀ ਕਾਫੀ ਤਰ੍ਹਾਂ ਦੇ ਬਦਲਾਵ ਰੱਖਦਾ ਹੈ। ਮਤਲਬ ਧਿਆਨ 'ਚ ਰੱਖਦੇ ਹੋਏ ਬੱਚਿਆਂ ਨੂੰ ਬਹੁਤੇ ਕੱਪੜੇ ਨਾ ਪਿਲਾਓ, ਤਾਂ ਕਿ ਜੇ ਬਹੁਤੇ ਕੱਪੜੇ ਵੀ ਛੋਟੇ ਬੱਚੇ 'ਤੇ ਪਾਵਾਂਗੇ ਤਾਂ ਉਹ ਬਹੁਤ ਅਨਕੰਫਰਟੇਬਲ ਹੋਏਗਾ। ਖਾਂਸੀ ਵੀ ਜਿਹੜੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਗਲਘੋਟੂ ਖਾਂਸੀ ਤੇ ਇੱਕ ਕੁੱਤਾ ਖਾਂਸੀ। ਜੇ ਇਹਨਾਂ ਦੋਨਾਂ ਵਿੱਚ ਫਰਕ ਕੀ ਹੈ? ਗਲਘੋਟੂ ਖਾਂਸੀ ਤਾਂ ਦੇਖੋ ਇਟ ਇਜ਼ ਅ ਵੈਰੀ ਡਰੈਡਫੁਲ ਡਿਜ਼ੀਜ਼। ਇਹ ਇੱਕ ਸੀਰੀਅਸ ਤੇ ਖਤਰਨਾਕ ਬਿਮਾਰੀ ਮੰਨੀ ਜਾਂਦੀ ਹੈ। ਲੱਗਦਾ ਵੀ ਕਿਤੇ ਨਾ ਕਿਤੇ ਸਿਹਤ ਵੱਲੋਂ ਜਿਹੜੇ ਬੱਚੇ ਹੈਗੇ ਨੇ ਉਹ ਪਿਛੜਦੇ ਜਾ ਰਹੇ ਨੇ, ਤੇ ਕਈ ਵਾਰੀ ਬੱਚੇ ਅਜਿਹੀ ਘੋਰ ਜਾਂ ਕਹਿ ਲਓ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਨੇ। ਪਰ ਜਦੋਂ ਇਹੋ ਜਿਹੇ ਬੱਚੇ ਸਾਡੇ ਕੋਲ ਡਾਕਟਰਸ ਦੇ ਕੋਲੇ ਕਾਫੀ ਮਤਲਬ 3 ਹਫ਼ਤੇ 4 ਹਫ਼ਤੇ ਬਾਅਦ ਜਦੋਂ ਖਾਂਸੀ ਨਾ ਠੀਕ ਹੋਵੇ ਉਦੋਂ ਆਉਂਦੇ ਆ, ਜਾਂ ਇਹ ਹੁੰਦੀ ਆ ਵੀ ਲਗਾਤਾਰ ਖਾਂਸੀ ਦੇ ਕਰਕੇ ਉਹ ਸੋ ਨਹੀਂ ਸਕੇ ਜਾਂ ਉਹ ਠੀਕ ਤਰ੍ਹਾਂ ਖਾ ਪੀ ਵੀ ਨਹੀਂ ਪਾ ਰਹੇ। ਅਜਿਹਾ ਕੋਈ ਉਪਾਅ ਹੈਗਾ ਜਿਹੜਾ ਬੱਚੇ ਨੂੰ ਘਰ ਤੋਂ ਹੀ ਕੋਈ ਅਜਿਹੀ ਸ਼ੁਰੂਆਤ ਕੀਤੀ ਜਾਵੇ ਜਾਂ ਕੋਈ ਅਜਿਹੀ ਚੀਜ਼ ਦਿੱਤੀ ਜਾਵੇ ਜਿਸ ਦੇ ਨਾਲ ਉਹ ਉਸ ਰੋਗ ਦੇ ਨਾਲ ਲੜ ਸਕੇ ਅਤੇ ਡਾਇਰੀਆ ਦਾ ਸ਼ਿਕਾਰ ਹੋਣ ਤੋਂ ਬਚ ਸਕੇ? ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਕਿ ਪਾਣੀ ਦੇ ਵਿੱਚ ਨਮਕ ਤੇ ਚੀਨੀ ਦਾ ਘੋਲ ਬਣਾ ਕੇ ਦਿੱਤਾ ਜਾ ਸਕਦਾ ਹੈ। ਡਾਕਟਰ ਸਾਹਿਬ, ਬੇਸਿਕਲੀ ਜਿਹੜਾ ਇਹ ਟਾਈਫਾਈਡ ਹੈਗਾ, ਇਸ ਟਾਈਫਾਈਡ ਦੇ ਹੋਣ ਦੇ ਮੁੱਖ ਕਾਰਨ ਕੀ ਨੇ, ਤੇ ਕੀ ਮੰਨਿਆ ਜਾਵੇ ਕਿ ਬੁਖਾਰ ਜਦੋਂ ਵਿਗੜ ਜਾਂਦਾ ਹੈ ਉਹੀ ਟਾਈਫਾਈਡ ਦਾ ਰੂਪ ਲੈ ਜਾਂਦਾ ਹੈ, ਤੇ ਕਿਤੇ ਨਾ ਕਿਤੇ ਇਹਦੇ 'ਚ ਲਾਪਰਵਾਹੀ ਵੀ ਵੱਡਾ ਕਾਰਨ ਬਣਦੀ? ਇਸੇ ਲਈ ਕਿਹਾ ਜਾਂਦਾ ਕਿ ਜਦੋਂ ਪੂਰੀ ਗਰਮੀ ਹੁੰਦੀ ਹੈ ਉਦੋਂ ਰੇਹੜੀਆਂ ਤੋਂ ਜਾਂ ਢੱਕੀ ਹੋਈ ਚੀਜ਼ਾਂ ਜਿਨ੍ਹਾਂ ਨੇ ਨਹੀਂ ਕਵਰ ਕਰੀਆਂ ਹੋਈਆਂ ਉਹ ਨਹੀਂ ਖਾਣੀ ਚਾਹੀਦੀ, ਕਿਉਂਕਿ ਉਹੀ ਦਸਤ ਕਰਦੀ ਹੈ, ਉਹੀ ਟਾਈਫਾਈਡ ਕਰ ਸਕਦੀ। ਜੀ ਨਮਸਤੇ, ਸਤਿ ਸ੍ਰੀ ਅਕਾਲ। ਟੀਵੀ ਪੰਜਾਬ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਹੈਲਥ ਮੰਤਰਾਂ ਦੇ ਵਿੱਚ। ਦੋਸਤੋ, ਬਦਲਦਾ ਹੋਇਆ ਮੌਸਮ ਜਿੱਥੇ ਪਰਿਆਵਰਨ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਤਾਂ ਉੱਥੇ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਵੀ ਬੇਹੱਦ ਪ੍ਰਭਾਵ ਪਾਉਂਦਾ ਹੋਇਆ ਕਈ ਵਾਰੀ ਉਸ ਨੂੰ ਆਪਣੇ ਘੇਰੇ ਵਿੱਚ ਲੈ ਉਸ ਨੂੰ ਬਿਮਾਰੀਆਂ ਦੀ ਸੌਗਾਤ ਦੇ ਜਾਂਦਾ ਹੈ, ਜਿਸ ਦੇ ਨਾਲ ਸਭ ਤੋਂ ਵੱਧ ਜੂਝਣਾ ਪੈਂਦਾ ਹੈ ਛੋਟੇ ਛੋਟੇ ਬੱਚਿਆਂ ਨੂੰ। ਇਸ ਬਦਲਦੇ ਹੋਏ ਮੌਸਮ ਦੇ ਦੌਰਾਨ ਕਿਸ ਤਰੀਕੇ ਦੀਆਂ ਬਿਮਾਰੀਆਂ ਸਾਡੇ ਬੱਚਿਆਂ ਨੂੰ ਘੇਰ ਸਕਦੀਆਂ ਨੇ, ਕਿਸ ਤਰੀਕੇ ਨਾਲ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ, ਅਤੇ ਕਿਸ ਤਰੀਕੇ ਦਾ ਇਲਾਜ ਮੁਹੱਈਆ ਹੈਗਾ ਜੇ ਕਿਸੇ ਬੱਚੇ ਨੂੰ ਬਿਮਾਰੀ ਘੇਰ ਵੀ ਲਵੇ। ਇਸ ਦੇ ਉੱਤੇ ਸਾਰੀ ਜਾਣਕਾਰੀ ਦੇਣ ਦੇ ਲਈ ਅਸੀਂ ਮੌਜੂਦ ਹਾਂ ਇਸ ਵੇਲੇ ਡਾਕਟਰ ਅਜੇ ਗੁਪਤਾ ਜੀ ਦੇ ਨਾਲ, ਜਿਹੜੇ ਕਿ MD ਨੇ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਰ ਵੀ ਆਖੇ ਜਾਂਦੇ ਨੇ, ਅਤੇ ਪਿਛਲੇ 25 ਸਾਲਾਂ ਤੋਂ ਇਸ ਫੀਲਡ ਵਿੱਚ ਰਹਿੰਦੇ ਹੋਏ ਉਹ ਬੱਚਿਆਂ ਦਾ ਇਲਾਜ ਵੀ ਕਰ ਰਹੇ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਹੈਲਥ ਮੰਤਰਾਂ ਦੇ ਵਿੱਚ। ਡਾਕਟਰ ਸਾਹਿਬ, ਸਭ ਤੋਂ ਪਹਿਲੇ ਅਸੀਂ ਜਾਣਨਾ ਚਾਹਾਂਗੇ ਕਿ ਜਿਵੇਂ ਹੁਣ ਮੌਸਮ ਵੀ ਬਦਲ ਰਿਹਾ ਹੈ ਅਤੇ ਕਈ ਤਰੀਕੇ ਦੇ ਚੇਂਜ ਫਸਲਾਂ ਨੂੰ ਲੈ ਕੇ ਵੀ ਹੋਣਗੇ, ਤਾਂ ਇਸ ਦੇ ਵਿੱਚ ਜਿਹੜੀਆਂ ਕਿਹੜੀਆਂ ਐਸੀਆਂ ਬਿਮਾਰੀਆਂ ਹੈਗੀਆਂ ਜਿਹੜੀਆਂ ਵੱਧਦੇ ਹੋਏ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਸਕਦੀਆਂ? ਸਭ ਤੋਂ ਪਹਿਲਾਂ ਜੀ ਥੈਂਕ ਯੂ ਤੁਹਾਡਾ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਸਿਹਤ ਦੇ ਮੁਤਾਬਿਕ ਸਿਹਤ ਦੇ ਖਿਆਲ ਰੱਖਦੇ ਹੋਏ ਆਪਣੇ ਬੱਚਿਆਂ ਨੂੰ, ਆਪਣੇ ਸਰੋਤਾਵਾਂ ਨੂੰ ਕੁਝ ਗਿਆਨ ਦੇ ਸਕਾਂ, ਕੁਝ ਆਪਣੇ ਵਿਚਾਰ ਸਾਂਝੇ ਕਰ ਸਕਾਂ। ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਇਹ ਬਦਲਦਾ ਹੋਇਆ ਮੌਸਮ, ਹਾਲਾਂਕਿ ਜੇ ਸਰਦੀ ਤੋਂ ਗਰਮੀ ਵੱਲ ਜਾਈਏ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਇਦ ਕੁਝ ਰਿਲੀਫ ਮਿਲ ਰਿਹਾ ਆਪਾਂ ਨੂੰ, ਕੁਝ ਆਰਾਮ ਦਾ ਟਾਈਮ ਆ ਗਿਆ। ਪਰ ਜਿਹੜੇ ਕਿ ਬਹੁਤ ਜ਼ਿਆਦਾ ਛੋਟੇ ਬੱਚੇ ਹੁੰਦੇ ਹੈ ਉਹਨਾਂ ਦੇ ਲਈ ਇਹ ਸਰਦੀ ਤੋਂ ਗਰਮੀ ਦਾ ਜਾਂਦਾ ਹੋਇਆ ਮੌਸਮ ਇਹ ਵੀ ਕਾਫੀ ਤਰ੍ਹਾਂ ਦੇ ਬਦਲਾਵ ਰੱਖਦਾ ਹੈ। ਕੁਝ ਤਾਂ ਮਾਤਾ ਪਿਤਾ ਇਸ ਦੌਰਾਨ ਇਸ ਤਰ੍ਹਾਂ ਜਿਹਨੂੰ ਕਹਿੰਦੇ ਨੇ ਉਹਨਾਂ ਨੂੰ ਇਹ ਫਿਕਰ ਰਿਹਾ ਪੂਰੀ ਸਰਦੀ ਦੇ ਵਿੱਚ ਕਿ ਉਹ ਆਪਣੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੇ ਲਈ ਵੱਧ ਤੋਂ ਵੱਧ ਕੱਪੜੇ ਪਾਉਣ ਦੀ ਕੋਸ਼ਿਸ਼ ਕਰਦੇ ਹੈ। ਅਤੇ ਹੁਣ ਵੀ ਜਦ ਥੋੜ੍ਹੀ ਬਹੁਤੀ ਹਵਾ, ਜਦੋਂ ਮੌਸਮ ਵੈਸੇ ਗਰਮ ਹੋ ਗਿਆ ਜਾਂ ਚੱਲਦੀ ਹੋਵੇ ਤਾਂ ਉਹ ਘਬਰਾ ਜਾਂਦੇ ਆ ਅਤੇ ਕੱਪੜਿਆਂ ਨੂੰ ਫਿਰ ਉਸ ਤਰ੍ਹਾਂ ਹੀ ਬੱਚਿਆਂ ਨੂੰ ਉੱਦਾਂ ਹੀ ਲੱਦ ਦਿੰਦੇ। ਤਾਂ ਮੇਰਾ ਇਹ ਕਹਿਣਾ ਹੈ ਕਿ ਮੌਸਮ ਵਾਕਈ ਹੀ ਗਰਮ ਹੋ ਗਿਆ ਹੈ, ਰਾਤ ਦਾ ਥੋੜ੍ਹਾ ਜਿਹਾ ਟੈਂਪਰੇਚਰ ਠੰਡਾ ਹੈ ਸਿਰਫ। ਤਾਂ ਇਸ ਨੂੰ ਮਤਲਬ ਧਿਆਨ 'ਚ ਰੱਖਦੇ ਹੋਏ ਬੱਚਿਆਂ ਨੂੰ ਬਹੁਤੇ ਕੱਪੜੇ ਨਾ ਪਿਲਾਓ, ਤਾਂ ਕਿ ਜੇ ਬਹੁਤੇ ਕੱਪੜੇ ਵੀ ਛੋਟੇ ਬੱਚੇ 'ਤੇ ਪਾਵਾਂਗੇ ਤਾਂ ਉਹ ਬਹੁਤ ਅਨਕੰਫਰਟੇਬਲ ਹੋਏਗਾ, ਉਸ ਨੂੰ ਗਰਮੀ ਲੱਗੇਗੀ, ਤਾਂ ਉਹ ਉਹਦੇ ਲਈ ਬਹੁਤ ਵਧੀਆ ਗੱਲ ਨਹੀਂ ਹੈ।
ਤੋ ਇਸ ਤਰ੍ਹਾਂ ਹੀ ਜਦੋਂ ਇਹ ਮੌਸਮ ਬਦਲਦਾ ਹੈ ਤਾਂ ਇਹ ਵਾਇਰਲ ਇਨਫੈਕਸ਼ਨਸ ਦੇ ਲਈ ਵੀ ਬਹੁਤ ਹੀ ਜ਼ਿਆਦਾ ਮੁਨਾਸਿਬ ਟਾਈਮ ਹੁੰਦਾ ਬੱਚਿਆਂ ਨੂੰ ਜਕੜਨ ਦੇ ਲਈ, ਜਿਹਦੇ ਕਰਕੇ ਉਹਨਾਂ ਨੂੰ ਨਜ਼ਲਾ ਜ਼ੁਕਾਮ ਜਾਂ ਛਿੱਕਾਂ ਹੋ ਸਕਦੀਆਂ। ਕੁਝ ਖਾਣ ਪੀਣ ਦੇ ਜਿਸ ਤਰ੍ਹਾਂ ਕਹਿੰਦੇ ਨੇ ਵੀ ਉਹਦੀ ਖੁਰਾਕ ਦੇ ਵਿੱਚ ਕੋਈ ਛੋਟੇ ਬੱਚੇ ਦੇ ਕਾਫੀ ਫਰਕ ਆ ਜਾਂਦਾ ਹੈ, ਜਿਹਦੇ ਵਿੱਚ ਕਈ ਵਾਰੀ ਸਰਦੀਆਂ ਦੇ ਵਿੱਚ ਬੱਚਾ ਜਿਹੜਾ ਜ਼ਿਆਦਾ ਭੁੱਖ ਮੰਨ ਰਿਹਾ ਹੁੰਦਾ ਉਹ ਇਸ ਬਦਲਦੇ ਮੌਸਮ ਵਿੱਚ ਥੋੜ੍ਹਾ ਜਿਹਾ ਘੱਟ ਖਾਣਾ ਪਸੰਦ ਕਰਦਾ ਹੈ। ਅਤੇ ਇਸ ਤਰ੍ਹਾਂ ਹੀ ਪੇਰੈਂਟਸ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਜੇ ਥੋੜ੍ਹਾ ਬਹੁਤਾ ਬਦਲਾਵ ਖਾਣ ਪੀਣ 'ਚ ਹੈਗਾ ਵੀ ਹੈ ਤਾਂ ਉਹ ਛੋਟੇ ਬੱਚੇ ਨੂੰ ਫੋਰਸ ਨਾ ਕਰਨ। ਇਸ ਤਰ੍ਹਾਂ ਜੇ ਆਪਾਂ ਦੇਖੀਏ ਵੀ ਜਿਹੜੇ ਥੋੜ੍ਹੇ ਜਿਹੇ ਵੱਡੇ ਬੱਚੇ ਵੀ ਹੈ, ਜੇ ਆਪਾਂ ਲਈਏ 3-4 ਸਾਲ ਜਾਂ ਇਸ ਤੋਂ ਉੱਪਰਲੀ ਉਮਰ ਦੇ ਬੱਚੇ, ਉਹਨਾਂ ਦੇ ਲਈ ਇਹ ਮੌਸਮ ਜਿਹੜਾ ਹੈਗਾ, ਜਿਹਨੂੰ ਆਪਾਂ ਕਹਿੰਦੇ ਆ ਵੀ ਬਦਲਦਾ ਹੋਇਆ ਮੌਸਮ ਜਾਂ ਜਿਹੜਾ ਵਾਢੀ ਦੇ ਨੇੜੇ ਦਾ ਮੌਸਮ ਹੋਏਗਾ। ਸੋ ਇਸ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਜਿਹਨੂੰ ਕਹਿੰਦੇ ਨੇ ਪੋਲਨਸ, ਇਹ এনवायरमेंट ਦੇ ਵਿੱਚ ਆ ਜਾਂਦੇ ਨੇ। ਜੇ ਆਪਾਂ ਇਹ ਦੇਖੀਏ ਤੇ ਪੰਜਾਬ, ਹਰਿਆਣਾ ਇੱਧਰਲੇ ਏਰੀਆਜ਼ ਦੇ ਵਿੱਚ ਜਦੋਂ ਇਹ ਫਸਲ ਕੱਟਣ ਦਾ ਟਾਈਮ ਹੁੰਦਾ ਹੈ, ਮੌਸਮ ਦੇ ਬਦਲਾਵ ਦਾ ਟਾਈਮ ਹੁੰਦਾ ਹੈ, ਤਾਂ ਬੱਚਿਆਂ ਨੂੰ ਬਹੁਤ ਕਿਸਮ ਦੀਆਂ ਐਲਰਜੀਜ਼ ਵੀ ਹੋ ਜਾਂਦੀਆਂ, ਜਿਨ੍ਹਾਂ ਵਿੱਚੋਂ ਸਾਰਿਆਂ ਨਾਲੋਂ ਜ਼ਿਆਦਾ ਕਾਮਨ ਐਲਰਜੀ ਹੁੰਦੀ ਹੈ ਰੈਸਪੀਰੇਟਰੀ, ਸਾਹ ਦੀ ਤਕਲੀਫ ਵਾਲੀ ਐਲਰਜੀ, ਜਿਹਦੇ ਵਿੱਚ ਬੱਚੇ ਨੂੰ ਜਿਸ ਤਰ੍ਹਾਂ ਕਹਿੰਦੇ ਸਾਹ ਫੁੱਲਣਾ, ਵੱਖੀ ਚੱਲਣਾ, ਇਹ ਬੜਾ ਕਾਮਨਲੀ ਸੁਣਿਆ ਹੋਊਗਾ, ਵੱਖੀਆਂ ਚੱਲਣ ਲੱਗ ਗਈਆਂ, ਤਾਂ ਇਸ ਤਰ੍ਹਾਂ ਹੀ ਮੁਸ਼ਕਿਲਾਤ ਆਉਣ ਲੱਗ ਜਾਂਦੀ ਹੈ, ਜਿਹਨੂੰ ਕਹਿੰਦੇ ਨੇ ਸਾਹ ਲੈਣ ਦੇ ਵਿੱਚ। ਖਾਂਸੀ ਵੀ ਲਗਾਤਾਰ ਹੋਣ ਲੱਗ ਜਾਂਦੀ ਹੈ, ਜਿਵੇਂ ਕਹਿੰਦੇ ਆ ਘੁੱਟਵੀਂ ਖਾਂਸੀ ਜਾਂ ਕੁੱਤਾ ਖਾਂਸੀ ਵੀ ਕਹਿ ਦਿੰਦੇ ਆ। ਇਹ ਵਾਲੀ ਤਕਲੀਫ ਜ਼ਿਆਦਾਤਰ ਇਸ ਬਦਲਦੇ ਮੌਸਮ ਤੇ ਵਾਢੀ ਦੇ ਨਾਲ ਹੋਏ ਪੋਲਨਸ ਦੇ এনवायरमेंट ਦੇ ਵਿੱਚ ਜਿਹੜੀ ਇਨਕਰੀਜ਼ ਹੈਗਾ ਉਹਦੇ ਕਰਕੇ ਹੋ ਸਕਦੀ ਹੈ। ਤੋ ਇਹੀ ਬਦਲਦਾ ਹੋਇਆ ਮੌਸਮ ਪਲੱਸ ਪੋਲਨਸ ਪਲੱਸ ਥੋੜਾ ਡਸਟੀ ਹੋਣ ਦੇ ਨਾਲ, ਜਿਹੜਾ ਕਿ ਜ਼ਿਆਦਾਤਰ ਪੰਜਾਬ, ਹਰਿਆਣਾ ਦੇ ਜਿਹੜੇ ਏਰੀਆਜ਼ ਉਹਦੇ ਵਿੱਚ ਰਹਿੰਦਾ ਹੈ, ਉਹਦੇ ਕਰਕੇ ਕੁਝ ਇੱਕ ਸਕਿਨ ਦੀ ਐਲਰਜੀਜ਼ ਵੀ ਕਾਮਨ ਹੈ। ਤੋ ਜਦੋਂ ਆਪਾਂ ਬਾਹਰ ਨਿਕਲੀਏ ਉਦੋਂ ਥੋੜਾ ਜਿਹਾ ਆਪਾਂ ਨੂੰ ਖਿਆਲ ਰੱਖਣਾ ਜ਼ਰੂਰੀ ਹੈ ਕਿ ਆਪਾਂ ਸਕਿਨ, ਜਿਹੜੇ ਬੱਚਿਆਂ ਨੂੰ ਐਲਰਜੀ ਹੈ ਉਹਨਾਂ ਦੀ ਥੋੜੀ ਜਿਹੀ ਸਕਿਨ ਕਵਰਡ ਰੱਖੀਏ। ਬਾਕੀ ਆਪਾਂ ਟਾਈਮ ਦੇ ਨਾਲ ਗੱਲ ਕਰਦੇ ਹਾਂ ਕਿ ਆਪਾਂ ਬਚ ਵੀ ਕਿਵੇਂ ਸਕਦੇ ਹਾਂ। ਤੋ ਇਹ ਦੋ ਜ਼ਿਆਦਾ ਕਾਮਨ ਚੀਜ਼ਾਂ ਹੈ ਜਿਹਦੇ ਨਾਲ ਬੱਚੇ ਜ਼ਿਆਦਾ ਗ੍ਰਸਤ ਹੁੰਦੇ ਨੇ ਇਸ ਟਾਈਮ। ਡਾਕਟਰ ਸਾਹਿਬ, ਤੁਸੀਂ ਬੱਚਿਆਂ ਦੀ ਖਾਂਸੀ ਨੂੰ ਲੈ ਕੇ ਗੱਲ ਕੀਤੀ ਵੀ ਖਾਂਸੀ ਵੀ ਜਿਹੜੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਗਲਘੋਟੂ ਖਾਂਸੀ ਤੇ ਇੱਕ ਕੁੱਤਾ ਖਾਂਸੀ। ਜੇ ਇਹਨਾਂ ਦੋਨਾਂ ਵਿੱਚ ਫਰਕ ਕੀ ਹੈ ਤੇ ਇਹਨਾਂ ਦੋਨਾਂ ਦੇ ਬੇਸਿਕਲੀ ਲੱਛਣ ਕੀ ਨੇ? ਗਲਘੋਟੂ ਖਾਂਸੀ ਤਾਂ ਦੇਖੋ ਇਟ ਇਜ਼ ਅ ਵੈਰੀ ਡਰੈਡਫੁਲ ਡਿਜ਼ੀਜ਼, ਇਹ ਇੱਕ ਸੀਰੀਅਸ ਤੇ ਖਤਰਨਾਕ ਬਿਮਾਰੀ ਮੰਨੀ ਜਾਂਦੀ ਹੈ। ਤੋ ਇਹ ਹੁਣ ਜਿਹਨੂੰ ਕਹਿੰਦੇ ਨੇ ਆਪਣਾ ਬਹੁਤ ਹੀ ਵਧੀਆ ਜਿਹੜਾ ਵੈਕਸੀਨੇਸ਼ਨ ਇਮਿਊਨਾਈਜੇਸ਼ਨ ਸ਼ਡਿਊਲ ਹੈ ਇੰਡੀਆ ਦਾ, ਜਿਹਨੂੰ ਆਪਾਂ ਟੀਕਾਕਰਨ ਦੀ ਉਹ ਕਹਿੰਦੇ ਆ ਪ੍ਰੋਗਰਾਮ ਕਹਿੰਦੇ ਆ, ਇਹ ਬਹੁਤ ਹੀ ਵਧੀਆ ਚਲਾਉਂਦੀ ਹੈ। ਕਾਫੀ ਸਾਲਾਂ ਤੋਂ ਗਵਰਨਮੈਂਟ ਇਹਨੂੰ ਬੜੇ ਇਫੈਕਟਿਵ ਵੇ ਨਾਲ ਚਲਾ ਰਹੀ ਹੈ। ਤੋ ਕਾਫੀ ਹੱਦ ਤੱਕ ਗਲਘੋਟੂ ਜਿਹੜੀ ਹੈਗੀ ਆ ਉਹ ਖਾਂਸੀ, ਜਿਹੜੀ ਕਿ ਸੀਰੀਅਸ ਖਾਂਸੀ ਮੰਨਦੇ ਆ, ਖਤਰਨਾਕ ਕਿਸਮ ਦੀ ਜਾਨਲੇਵਾ ਖਾਂਸੀ, ਉਹ ਆਲਮੋਸਟ ਖਤਮ ਹੈ। ਹੁਣ ਜਿਹੜੀ ਦੂਸਰੀ ਗੱਲ ਕਰ ਰਹੇ ਹਾਂ ਆਪਾਂ ਇਸ ਵੇਲੇ, ਜਿਹੜੀ ਘੁੱਟਵੀਂ ਖਾਂਸੀ ਇਜ਼ ਐਸਥਮੈਟਿਕ ਕਫ, ਜਿਹਦੀ ਮਤਲਬ ਸਾਹ ਚੜ੍ਹਦਾ, ਜਿਹਦੇ ਵਿੱਚ ਬੱਚੇ ਨੂੰ ਸਾਹ ਲੈਣਾ ਔਖਾ ਲੱਗਦਾ ਹੈ। ਇਹ ਇੱਕ ਐਸਥਮਾ, ਐਲਰਜੀ, ਬ੍ਰੋਂਕਾਈਟਸ ਵਰਗੀ ਖਾਂਸੀ ਹੈ। ਇਹ ਦਿਸ ਇਜ਼ ਨਾਟ ਐਟ ਆਲ ਸੀਰੀਅਸ, ਪਰ ਹਾਂ ਜੇ ਇਹਨੂੰ ਸਹੀ ਤਰੀਕੇ ਨਾਲ ਮੈਨੇਜ ਨਾ ਕਰਿਆ ਜਾਵੇ ਤਾਂ ਇਹ ਵੀ ਬੱਚਿਆਂ ਦੇ ਲਈ ਇੱਕ ਦਿੱਕਤ ਦਾ ਕਾਰਨ ਬਣ ਜਾਂਦੀ ਹੈ। ਬਹੁਤ ਸਾਰੇ ਬੱਚੇ ਮੈਂ ਦੇਖੇ ਆ, ਇਹ ਬਦਲਦੇ ਮੌਸਮ ਦੇ ਵਿੱਚ ਵਾਰੀ-ਵਾਰੀ ਇਸ ਦੇ ਨਾਲ ਗ੍ਰਸਤ ਹੁੰਦੇ ਨੇ, ਤੇ ਉਹ ਇੰਨੇ ਇਸ ਕਦਰ ਗ੍ਰਸਤ ਹੋ ਜਾਂਦੇ ਨੇ ਕਿ ਉਹਨਾਂ ਦੀ ਖੁਰਾਕ ਦੇ ਉੱਤੇ ਵੀ ਸਿੱਧੀ ਅਸਰ ਪੈਂਦਾ, ਉਸ ਕਰਕੇ ਫਿਰ ਉਹਨਾਂ ਦੀ ਗਰੋਥ ਦੇ ਉੱਤੇ ਵੀ ਅਸਰ ਪੈਂਦਾ, ਤੇ ਬੱਚਿਆਂ ਦੇ ਪੇਰੈਂਟਸ ਦੇ ਲਈ ਇਹ ਬਹੁਤ ਵੱਡਾ ਫਿਕਰ ਦਾ ਇੱਕ ਕਾਰਨ ਵੀ ਬਣ ਜਾਂਦੀ ਹੈ। ਸੋ ਸਹੀ ਤਰੀਕੇ ਨਾਲ ਸਹੀ ਟਾਈਮ ਤੇ ਇਸ ਨੂੰ ਮੈਨੇਜ ਕਰਨਾ, ਡਾਕਟਰੀ ਸਲਾਹ ਲੈਣਾ ਬਹੁਤ ਇੰਪੋਰਟੈਂਟ ਹੈ। ਮੈਂ ਇਹ ਕਹੂੰਗਾ ਵੀ ਵੈਕਸੀਨੇਸ਼ਨ ਜੇ ਗਲਘੋਟੂ ਨੂੰ ਖਤਮ ਕਰ ਸਕਦੀ ਹੈ, ਉਸ ਤਰ੍ਹਾਂ ਹੀ ਇਸ ਟਾਈਮ ਤੇ ਇਸ ਨੂੰ ਟ੍ਰਿਗਰ ਕਰਨ ਵਾਲੇ ਮੌਸਮ ਤੋਂ ਇਲਾਵਾ ਇੱਕ ਫਲੂ ਵਾਇਰਸ, ਜਿਹਨੂੰ ਅਸੀਂ ਇਨਫਲੂਐਂਜ਼ਾ ਵਾਇਰਸ ਕਹਿੰਦੇ ਹਾਂ, ਉਹ ਕਈ ਕਿਸਮ ਦੇ ਹੋ ਸਕਦੇ ਹੈ। ਉਹ ਹਰ ਸਾਲ ਆਪਣੇ ਏਰੀਆ ਦੇ ਵਿੱਚ, ਆਪਣੀ ਕੰਟਰੀ ਦੇ ਵਿੱਚ ਜਾਂ ਗਲੋਬ ਵਰਲਡ ਵਾਈਡ ਬਦਲਦੇ ਰਹਿੰਦੇ ਨੇ। ਤਾਂ ਉਹ WHO ਹਰ ਵਾਰੀ ਜਿਹੜੇ ਵੀ ਆਰਗੇਨਿਜ਼ਮਸ, ਜਿਹੜੇ ਵੀ ਵਾਇਰਸ ਜ਼ਿਆਦਾ ਪ੍ਰੋਮੀਨੈਂਟ ਹੁੰਦੇ ਨੇ, ਉਹਨਾਂ ਦੀ ਲਿਸਟ ਰਿਲੀਜ਼ ਕਰਦੀ ਹੈ। ਤੇ ਫਲੂ ਵੈਕਸੀਨ ਜਿਹਨੂੰ ਕਹਿੰਦੇ ਇਨਫਲੂਐਂਜ਼ਾ ਵੈਕਸੀਨ, ਉਹਦੇ ਵਿੱਚ 3 ਜਾਂ 4 ਤਰ੍ਹਾਂ ਦੇ ਇਹ ਇਨਫਲੂਐਂਜ਼ਾ ਵਾਇਰਸਿਸ ਦੇ ਨਾਲ ਇਹ ਵੈਕਸੀਨ ਬਣਾਈ ਜਾਂਦੀ ਹੈ। ਐਵਰੀ ਈਅਰ ਇਟ ਇਜ਼ ਨਿਊ, ਸਮਟਾਈਮਸ ਇਟ ਇਜ਼ 2 times in 1 year। ਤਾਂ ਉਹ ਜ਼ਰੂਰ ਹਰ ਇੱਕ ਬੱਚੇ ਨੂੰ ਲਗਵਾਉਣੀ ਚਾਹੀਦੀ ਹੈ। ਇਹ ਇੱਕ ਸ਼ਾਟ ਹੁੰਦਾ ਜਿਹੜਾ ਹਰ ਸਾਲ ਲਗਵਾਇਆ ਜਾਵੇ ਤਾਂ ਇਹੋ ਜਿਹੀ ਚੀਜ਼ ਤੋਂ, ਇਹੋ ਜਿਹੀ ਐਲਰਜੀ ਵਾਲੀ, ਇਨਫਲੂਐਂਜ਼ਾ ਵਾਲੀ ਜਿਹੜੀ ਟ੍ਰਿਗਰਸ ਨੇ ਖਾਂਸੀ ਦੇ ਜਾਂ ਛਿੱਕਾਂ ਤੇ, ਉਸ ਤੋਂ ਬਚਿਆ ਜਾ ਸਕਦਾ ਹੈ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਇਸ ਵਾਇਰਸ ਦੀ ਗੱਲ ਕੀਤੀ, ਉਸੇ ਤਰੀਕੇ ਨਾਲ ਇੱਕ ਵਾਇਰਸ ਇੰਡੀਆ 'ਚ ਹੋਰ ਵੀ ਸੀਗਾ ਜਿਹੜਾ ਬੱਚਿਆਂ ਨੂੰ ਬਹੁਤ ਆਪਣਾ ਸ਼ਿਕਾਰ ਬਣਾ ਰਿਹਾ ਸੀ, ਇੰਟਰਫਲਾਈਸਿਸ, ਇੱਕ ਵਾਇਰਸ ਜਿਹਨੇ ਯੂਪੀ, ਬਿਹਾਰ ਦੇ ਏਰੀਆ 'ਚ ਕਈ ਬੱਚਿਆਂ ਦੀ ਜ਼ਿੰਦਗੀ ਨੂੰ ਨਿਗਲ ਲਿਆ। ਕੀ ਉਹ
ਵਾਇਰਸ ਜਾਂ ਉੱਦਾਂ ਦੇ ਵਾਇਰਸ ਵੀ ਇਸੇ ਸੀਜ਼ਨ ਦੇ ਦੌਰਾਨ ਹੀ ਪੈਦਾ ਹੁੰਦੇ ਨੇ ਜਾਂ ਕਦੇ ਵੀ ਹੋ ਸਕਦੇ ਨੇ? ਹਾਂ, ਵਾਇਰਸ ਜਾਂ ਬੈਕਟੀਰੀਆ ਦੇ ਆਰ ਇਨਫੈਕਸ਼ਨਸ। ਉਹ ਇੱਕ ਦੋ ਤਰ੍ਹਾਂ ਦੀ ਇਨਫੈਕਸ਼ਨ ਹੈ। ਉਹ ਕਿਸੇ ਵੀ ਟਾਈਮ ਸਾਲ ਦੇ ਜਾਂ ਕਿਸੇ ਵੀ ਮਾਹੌਲ ਦੇ ਵਿੱਚ ਪੈਦਾ ਹੋ ਸਕਦੇ ਨੇ। ਇਸ ਨੂੰ ਇਹ ਕਹਿਣਾ ਜ਼ਿਆਦਾ ਮੁਨਾਸਿਬ ਰਹੇਗਾ ਕਿ ਇੱਕ ਪਰਟੀਕੂਲਰ ਵਾਇਰਸ ਇੱਕ ਪਰਟੀਕੂਲਰ ਇਨਵਾਇਰਨਮੈਂਟ ਦੀ, ਜਿਹਨੂੰ ਕਹਿੰਦੇ ਨੇ, ਇੱਛਾ ਰੱਖਦਾ ਹੈ ਜਾਂ ਉਹਦੇ ਵਿੱਚ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਪਨਪ ਸਕਦਾ ਹੈ ਤੇ ਆਪਣੇ ਜਿਹਨੂੰ ਕਹਿੰਦੇ ਨੇ ਇਨਸਾਨ ਨੂੰ, ਬੱਚਿਆਂ ਨੂੰ ਆਪਣੇ ਇਨਫੈਕਸ਼ਨ ਨਾਲ ਗ੍ਰਸਤ ਕਰ ਸਕਦਾ ਹੈ। ਸੋ ਬਲੈਂਕਟ ਨਹੀਂ ਇਹ ਕਹਿ ਸਕਦੇ ਵੀ ਇਹੀ ਵਾਲੀ ਇਨਫੈਕਸ਼ਨ ਜਾਂ ਇਹ ਵਾਲਾ ਵਾਇਰਸ ਇਸ ਸਾਰੇ ਮੌਸਮ ਦੇ ਵਿੱਚ ਹੋ ਸਕਦਾ ਹੈ ਜਾਂ ਇਹੀ ਬੈਕਟੀਰੀਆ ਸਾਰੇ 'ਚ ਹੋ ਸਕਦਾ ਹੈ, ਪਰ ਹਰ ਕਿਸੇ ਦੀ ਕੋਈ ਨਾ ਕੋਈ ਪ੍ਰੈਫਰੈਂਸ ਹੁੰਦੀ ਹੈ। ਜਿਵੇਂ ਫਲੂ ਵਾਇਰਸ ਦੀ ਗੱਲ ਕਰ ਰਹੇ ਸੀ, ਇਹਦੇ ਵਿੱਚ ਜਿਹੜੇ 3-4 ਤਰ੍ਹਾਂ ਦੇ ਵਾਇਰਸਿਸ ਨੇ, ਇਹ ਬਦਲਦੇ ਮੌਸਮ ਦੇ ਨਾਲ ਠੰਡ ਤੋਂ ਗਰਮੀ, ਗਰਮੀ ਤੋਂ ਠੰਡ ਜਾਣ ਵਾਲੇ ਟਾਈਮ ਦੇ ਵਿੱਚ ਜ਼ਿਆਦਾ ਇਫੈਕਟ ਕਰਦੇ ਨੇ। ਤੇ ਡਾਕਟਰ ਸਾਹਿਬ, ਅਗਰ ਗੱਲ ਕੀਤੀ ਜਾਵੇ ਬੱਚਿਆਂ ਦੀ ਹੋਰ ਬਿਮਾਰੀਆਂ ਦੀ, ਅੱਜ ਦੇ ਦੌਰ ਦੀ ਅਗਰ ਗੱਲ ਕੀਤੀ ਜਾਵੇ, ਕਿਉਂਕਿ ਲਾਈਫ ਜਿਹੜੀ ਹੈ ਉਹ ਬੜੀ ਸਟ੍ਰੈਸਫੁਲ ਹੋ ਚੁੱਕੀ ਹੈ, ਜਿੰਨਾ ਬੋਝ ਬੱਚਿਆਂ ਦੇ ਉੱਤੇ ਹੁੰਦਾ ਉਸ ਤੋਂ 3 ਗੁਣਾ ਜ਼ਿਆਦਾ ਬੋਝ ਮਾਪੇ ਬੱਚਿਆਂ ਦਾ ਪੈਂਦੇ ਨੇ, ਭਾਵੇਂ ਉਹ ਪੜ੍ਹਾਈ ਦੀ ਗੱਲ ਹੋਵੇ ਜਾਂ ਹੋਰ ਖੇਤਰਾਂ ਦੀ ਗੱਲ ਹੋਵੇ। ਲੇਕਿਨ ਲੱਗਦਾ ਵੀ ਕਿਤੇ ਨਾ ਕਿਤੇ ਸਿਹਤ ਵੱਲੋਂ ਜਿਹੜੇ ਬੱਚੇ ਹੈਗੇ ਨੇ ਉਹ ਪਿਛੜਦੇ ਜਾ ਰਹੇ ਨੇ ਤੇ ਕਈ ਵਾਰੀ ਬੱਚੇ ਅਜਿਹੀ ਘੋਰ ਜਾਂ ਕਹਿ ਲਓ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਮਾਪਿਆਂ ਨੂੰ ਕਾਫੀ ਲੇਟ ਜਾ ਕੇ ਪਤਾ ਲੱਗਦਾ ਹੈ। ਤੁਹਾਡੀ ਨਜ਼ਰ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਕਿਹੜੀਆਂ ਐਸੀਆਂ ਬਿਮਾਰੀਆਂ ਨੇ ਜਿਨ੍ਹਾਂ ਤੋਂ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਪੂਰੇ ਤਰੀਕੇ ਨਾਲ ਸੁਚੇਤ ਰਹਿਣਾ ਚਾਹੀਦਾ, ਸਾਵਧਾਨ ਰਹਿਣਾ ਚਾਹੀਦਾ? ਤੁਹਾਡਾ ਸਵਾਲ ਬੜਾ ਵਾਜਿਬ ਹੈ, ਪਰ ਮੈਂ ਇਹਨੂੰ ਥੋੜਾ ਜਿਹਾ ਇੰਟਰਸਟਿੰਗ ਬਣਾਉਣਾ ਇਹਦੇ ਆਨਸਰ ਨੂੰ। ਉਹ ਮੈਂ ਦੋਨੋਂ ਪਹਿਲੂ ਦੱਸਣਾ ਚਾਹੂੰਗਾ ਜੀ। ਪਹਿਲਾ ਪਹਿਲੂ ਤਾਂ ਇਹ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਬਹੁਤ ਸਾਰੇ ਇਹੋ ਜਿਹੇ ਪੇਰੈਂਟਸ ਹੈਗੇ ਨੇ ਜਿਹੜੇ ਕਿਸੇ ਇੱਕ ਪਰਟੀਕੂਲਰ ਬਿਮਾਰੀ ਨੂੰ ਬੱਚਿਆਂ ਦੇ ਵਿੱਚ ਜੇ ਉਹ ਸ਼ੁਰੂ ਹੁੰਦੀ ਹੈ, ਉਹਦੇ ਕੋਈ ਸਾਈਨਸ ਜਾਂ ਸਿੰਪਟਮਸ ਆਉਣੇ ਸ਼ੁਰੂ ਹੁੰਦੇ ਆ। ਜਿਵੇਂ ਆਪਾਂ ਇਹੀ ਗੱਲ ਲੈ ਲਈਏ, ਐਲਰਜੀ ਦੀ ਗੱਲ ਲੈਤੀ, ਐਸਥਮਾ ਲਾਈਕ ਇਲਨੈਸ ਦੀ ਗੱਲ ਲੈਤੀ। ਪੇਰੈਂਟਸ ਨੂੰ ਜਦੋਂ ਡਾਕਟਰ ਤੋਂ ਜਾਣ ਤੋਂ ਪਹਿਲਾਂ ਵੀ ਜਦ ਨਜ਼ਲਾ ਜ਼ੁਕਾਮ ਖਾਂਸੀ ਹੁੰਦੀ ਹੈ, ਕੁਝ ਪੇਰੈਂਟਸ ਉਸ ਨੂੰ ਇੱਕ ਨਾਰਮਲ ਚੀਜ਼ ਸਮਝ ਕੇ ਕਾਫੀ ਦੇਰ ਘਰ ਹੀ ਸੈਲਫ ਮੈਡੀਕੇਸ਼ਨ ਵੀ ਕਰਦੇ ਰਹਿੰਦੇ ਨੇ ਵੀ ਖਾਂਸੀ ਹੈ, ਚਲੋ ਖਾਂਸੀ ਦਾ ਕਫ ਸਿਰਪ ਹੀ ਤਾਂ ਦੇਣਾ ਹੁੰਦਾ, ਹੋਰ ਕੀ ਖਾਸ ਗੱਲ ਹੈ। ਕਿਉਂਕਿ ਜਦੋਂ ਡਾਕਟਰ ਕੋਲ ਗਏ ਸੀ ਪਿਛਲੇ ਕੁਝ ਟਾਈਮ ਤੋਂ 3 ਜਾਂ 4-5 ਵਾਰੀ ਤੋਂ, ਤਾਂ ਕੋਈ ਕਫ ਸਿਰਪ ਹੀ ਉੱਥੋਂ ਲੈ ਕੇ ਆਏ ਸੀ। ਤਾਂ ਪੇਰੈਂਟਸ ਨੂੰ ਸਿੰਪਲ ਗੱਲ ਲੱਗਦੀ ਹੈ ਵੀ ਹਾਂ ਵੀ ਖਾਂਸੀ ਹੋਈ ਹੈ ਤਾਂ ਖਾਂਸੀ ਦੀ ਦਵਾਈ ਲੈਣੀ ਹੈ ਤੇ ਘਰੇ ਪਿਆ ਪਿਛਲੇ ਵਾਲਾ ਲਾਲ ਸ਼ੀਸ਼ੀ ਵਾਲਾ ਸਿਰਪ ਦੇ ਦਿੰਦੇ ਆ, ਬੜਾ ਵਧੀਆ ਇਹਦੇ ਨਾਲ ਠੀਕ ਹੋ ਜਾਊਗਾ। ਅੱਛਾ, ਕੁਝ ਇੱਕ ਫਰਕ ਪੈ ਵੀ ਜਾਂਦਾ, ਉਹਦੇ ਨਾਲ ਪੇਰੈਂਟਸ ਨੂੰ ਲੱਗਦਾ ਵੀ ਆਪਾਂ ਆਪਣਾ ਕੰਮ ਵਧੀਆ ਘਰੇ ਕਰ ਲਿਆ। ਪਰ ਜਦੋਂ ਇਹੋ ਜਿਹੇ ਬੱਚੇ ਸਾਡੇ ਕੋਲੋਂ ਡਾਕਟਰਸ ਦੇ ਕੋਲੇ ਕਾਫੀ ਮਤਲਬ 3 ਹਫ਼ਤੇ 4 ਹਫ਼ਤੇ ਬਾਅਦ ਜਦੋਂ ਖਾਂਸੀ ਨਾ ਠੀਕ ਹੋਵੇ ਉਦੋਂ ਆਉਂਦੇ ਆ, ਜਾਂ ਇਹ ਹੁੰਦੀ ਆ ਵੀ ਲਗਾਤਾਰ ਖਾਂਸੀ ਦੇ ਕਰਕੇ ਉਹ ਸੋ ਨਹੀਂ ਸਕੇ ਜਾਂ ਉਹ ਠੀਕ ਤਰ੍ਹਾਂ ਖਾ ਪੀ ਵੀ ਨਹੀਂ ਪਾ ਰਹੇ, ਉਹ ਆਪਣੀ ਪੜ੍ਹਾਈ ਤੇ ਕਨਸੈਂਟਰੇਟ ਵੀ ਨਹੀਂ ਕਰ ਪਾ ਰਹੇ, ਤਾਂ ਇਹੋ ਜਿਹੇ 3-4 ਹਫ਼ਤਿਆਂ ਤੋਂ ਬਾਅਦ ਆਏ ਹੋਏ ਪੇਸ਼ੈਂਟਸ ਜਾਂ ਬੱਚਿਆਂ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਕਿ ਜਿਹੜੀ ਖਾਂਸੀ ਦਾ ਸਿਰਪ ਜਾਂ ਸੈਲਫ ਮੈਡੀਕੇਸ਼ਨ ਉਹ ਦੇ ਰਹੇ ਨੇ ਉਹ ਇੱਕ ਸਿੰਪਲ ਕਿਸੇ ਹੋਰ ਕਫ ਕਰਕੇ ਸੀ, ਤੇ ਅਸੀਂ ਜਿਹਨੂੰ ਡਾਇਗਨੋਸ ਇਸ ਵੇਲੇ ਐਲਰਜਿਕ ਬ੍ਰੌਂਕਾਈਟਸ ਜਾਂ ਐਸਥਮਾ ਕਰ ਰਹੇ ਹਾਂ, ਉਹਦੇ ਵਿੱਚ ਉਹ ਦਿੱਤਾ ਹੋਇਆ ਕਫ ਸਿਰਪ ਰਾਦਰ ਡੇਂਜਰਸ ਸੀ, ਉਹ ਨਹੀਂ ਦੇਣਾ ਚਾਹੀਦਾ ਸੀ ਤੇ ਉਹਦੀ ਮੈਡੀਕੇਸ਼ਨ ਬਿਲਕੁਲ ਹੀ ਆਪੋਜ਼ਿਟ ਵੇ ਨਾਲ ਸੀਗੀ। ਕੁਛ ਇੱਕ ਬਚਾਅ ਦੇ ਤਰੀਕੇ ਜਾਣਨੇ ਜ਼ਿਆਦਾ ਜ਼ਰੂਰੀ ਸੀ, ਕੁਛ ਇੱਕ ਮੈਡੀਕੇਸ਼ਨਸ ਜ਼ਿਆਦਾ ਕਰਨ ਦੇ ਨਾਲੋਂ, ਕੁਛ ਇੱਕ ਪ੍ਰੀਵੈਂਟਿਵ ਵੈਕਸੀਨੇਸ਼ਨ ਹੋਈ ਹੋਣੀ ਜ਼ਿਆਦਾ ਜ਼ਰੂਰੀ ਸੀ ਕਿ ਸਿੱਧੀ ਦਵਾਈ ਦੇਣ ਨਾਲੋਂ। ਸੋ ਇਹ ਵਾਲੀ ਚੀਜ਼ਾਂ ਤਾਂ ਇੱਕ ਇਗਨੋਰੈਂਸ ਵਾਲਾ ਫੈਕਟਰ ਹੋ ਗਈਆਂ ਵੀ ਪੇਰੈਂਟਸ ਨੇ ਕੈਜੂਅਲ ਲਿੱਤਾ, ਕਫ ਸਿਰਪ ਦੇ ਤਰੀਕੇ ਨਾਲ ਦਵਾਈ ਦਿੱਤੀ। ਇਸ ਤਰ੍ਹਾਂ ਕਈ ਵਾਰੀ ਹੋਏ ਬੁਖਾਰ ਲਈ ਪੈਰਾਸੀਟਾਮੋਲ ਦੇ ਕੇ ਜਾਂ ਐਂਟੀਬਾਇਓਟਿਕ ਵੀ ਸੈਲਫ ਮੈਡੀਕੇਟ ਕਰਕੇ ਕਿੰਨੇ ਹੀ ਦਿਨ ਕੱਢ ਦਿੱਤੇ। ਸੋ ਸਲਾਹ ਇਸ ਦੇ ਵਿੱਚ ਇਹ ਹੈ ਕਿ ਡਾਕਟਰ ਦੀ ਕੰਸਲਟੇਸ਼ਨ ਦੇ ਨਾਲ ਕੁਝ ਵੀ ਕਰ ਸਕਦੇ ਹਾਂ, ਬਿਕੋਜ਼ ਹੀ ਇਜ਼ ਕੁਆਲੀਫਾਈਡ, ਹੀ ਨੋਜ਼ what is happening, ਕੀ ਹੋ ਰਿਹਾ ਬੱਚੇ ਦੇ ਵਿੱਚ। ਮੁਆਇਨਾ ਕਰਨ ਤੋਂ ਬਾਅਦ, ਟੈਸਟ ਕਰਨ ਤੋਂ ਬਾਅਦ ਉਹ ਤੁਹਾਨੂੰ ਬੈਟਰ ਤਰੀਕੇ ਨਾਲ ਦੱਸ ਸਕਦਾ ਹੈ। ਤਾਂ ਇਹ ਨਹੀਂ ਹੋਣਾ ਚਾਹੀਦਾ ਕਿ ਸੈਲਫ ਮੈਡੀਕੇਟ ਕਰੀਏ। ਇੰਡੀਆ ਦੇ ਵਿੱਚ ਇਹ ਬਹੁਤ ਜ਼ਿਆਦਾ ਕਾਮਨ ਹੈ ਤੇ ਮੈਂ ਆਪਣੇ ਸ਼ਰੋਤਾਵਾਂ ਨੂੰ ਅੱਜ ਡੈਫੀਨੇਟਲੀ ਕਹਿਣਾ ਚਾਹੂੰਗਾ ਕਿ ਡੂ ਨਾਟ ਸੈਲਫ ਮੈਡੀਕੇਟ। ਸਿੰਪਲ ਮੈਡੀਸਿਨਸ ਲਾਈਕ ਪੈਰਾਸੀਟਾਮੋਲ ਜਾਂ ਰੁਕੀ ਹੋਈ ਨੱਕ ਜਾਂ ਸਾਹ ਲੈਣ ਦੀ ਦਿੱਕਤ ਦੀ ਸਟੀਮ ਇਨਹੇਲੇਸ਼ਨ ਵਰਗੀ ਚੀਜ਼ਾਂ ਦੇ ਉੱਤੇ ਜ਼ਿਆਦਾ ਡਿਪੈਂਡ ਕਰ ਸਕਦੇ ਹੋ, ਪਰ ਮੈਡੀਕੇਸ਼ਨ ਨਾ ਕਰੋ, ਡਾਕਟਰ ਨੂੰ ਮਿਲੋ ਟਾਈਮ ਸਿਰ। ਦੂਸਰੀ ਗੱਲ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ, ਹੁਣ ਪੇਰੈਂਟਸ ਜੇ ਕੁਝ ਇਗਨੋਰ ਵੀ ਕਰ ਰਹੇ ਸੀ ਤਾਂ ਉਸੇ ਤਰੀਕੇ ਨਾਲ ਅੱਜ ਦੀ ਜਿਹੜੀ ਜਨਰੇਸ਼ਨ ਹੈਗੀ ਆ ਵਿਚ ਇਜ਼ ਮੋਰ ਐਜੂਕੇਟਿਡ, ਤਾਂ ਉਹ ਆਪਣੇ ਬੱਚਿਆਂ ਦੇ ਪ੍ਰਤੀ ਇੰਨੀ ਜ਼ਿਆਦਾ ਕੰਸਰਨਡ ਹੈ, ਇੰਨੀ ਜ਼ਿਆਦਾ ਪ੍ਰੈਸ਼ਰਾਈਜ਼ਡ ਹੈ ਕਿ ਦੇ ਵਾਂਟ ਟੂ ਡੂ ਦੀ ਬੈਸਟ। ਉਹ ਬੈਸਟ ਕਰਨ ਦੇ ਚੱਕਰ ਦੇ ਵਿੱਚ ਦੇ ਵਾਂਟ ਟੂ ਰਸ਼ ਟੂ ਦੀ ਡਾਕਟਰ ਐਟ ਦੀ
ਕਲਿੱਕ ਆਫ ਦੀ ਥਿੰਗਸ। 2 ਛਿੱਕਾਂ ਆਈਆਂ, ਡਾਕਟਰ ਕੋਲ ਪਹੁੰਚ ਗਏ। ਬੁਖਾਰ ਪਹਿਲੇ ਦਿਨ ਹੀ ਹਲੇ 1 ਘੰਟੇ 'ਚ ਹੋਇਆ, ਡਾਕਟਰ ਕੋਲ ਪਹੁੰਚ ਗਏ। ਛੋਟੀ ਛੋਟੀ ਚੀਜ਼ ਦੇ ਲਈ ਵੀ ਇੱਕਦਮ ਡਾਕਟਰ ਕੋਲ ਪਹੁੰਚ ਗਏ, ਤਾਂ ਉਹ ਵੀ ਠੀਕ ਨਹੀਂ ਹੈ। ਸੋ ਇਹਦਾ ਬੈਲੈਂਸ ਮੇਨਟੇਨ ਜਾਂ ਮੈਨੇਜ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ। ਹਰ ਇੱਕ ਚੀਜ਼ ਦੀ ਇੱਕ ਮਿਆਦ ਹੈ ਜਿਹਦੇ ਵਿੱਚ ਤੁਸੀਂ ਜਿਵੇਂ 24 to 48 ਆਵਰਸ ਕਿਸੇ ਵੀ ਇੱਕ ਚੀਜ਼ ਨੂੰ ਫੀਵਰ ਜਾਂ ਨਜ਼ਲਾ ਜ਼ੁਕਾਮ ਦੇ ਲਈ ਥੋੜ੍ਹਾ ਟਾਈਮ ਦਿਓ, ਵੇਟ ਕਰੋ, ਉਹਦੀ ਹਾਈਡਰੇਸ਼ਨ ਸਹੀ ਰੱਖੋ, ਉਹਦਾ এনवायरमेंट ਠੀਕ ਰੱਖੋ, ਘਰ ਦੇ ਅੰਦਰ ਹੀ ਤਾਂ ਨਹੀਂ ਕਿਤੇ ਜਕੜਿਆ ਹੋਇਆ, ਓਪਨ ਏਅਰ ਦੇ ਵਿੱਚ ਰੱਖੋ। ਕੋਈ ਪੋਲਿਊਟੈਂਟਸ ਜਿਹੜੇ ਜਿਹਨੂੰ ਕਹਿੰਦੇ ਨੇ ਕਲਰਡ ਪ੍ਰੋਡਕਟਸ ਦੇ ਵਿੱਚ ਜਾ ਰਹੇ ਨੇ, ਜੈਲੀਜ਼, ਟੌਫੀਜ਼, ਚਾਕਲੇਟਸ, ਉਸ ਨੂੰ ਥੋੜ੍ਹਾ ਜਿਹਾ ਚੈੱਕ ਕਰੋ। ਉਹਨਾਂ ਦੀ ਨਿਊਟ੍ਰੀਸ਼ਨ ਦੇ ਉੱਤੇ ਖਿਆਲ ਰੱਖੋ, ਉਹਨਾਂ ਦੀ ਪ੍ਰੋਪਰ ਵੈਕਸੀਨੇਸ਼ਨ ਦੇ ਉੱਤੇ ਖਿਆਲ ਰੱਖੋ। ਇਹ ਚੀਜ਼ਾਂ ਕਰਨੀਆਂ ਜ਼ਿਆਦਾ ਜ਼ਰੂਰੀ ਹੈ ਰਾਦਰ ਕਿ ਡਾਕਟਰ ਕੋਲੇ ਇੱਕਦਮ ਆਨਸਰਸ ਲੱਭਣ ਦੇ ਲਈ ਰਸ਼ ਕਰਨ ਦੇ ਲਈ। ਸੋ ਯੂ ਹੈਵ ਟੂ ਮੇਨਟੇਨ ਅ ਬੈਲੈਂਸ ਬਿਟਵੀਨ ਓਵਰ ਡੂਇੰਗ ਐਂਡ ਅੰਡਰ ਡੂਇੰਗ। ਸੋ ਦੋਨੋਂ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਅਗਰ ਗੱਲ ਕੀਤੀ ਜਾਵੇ ਦੂਰ ਦਰਾਜ ਦੇ ਪੇਂਡੂ ਇਲਾਕਿਆਂ ਦੀ, ਜੇ ਉੱਥੇ ਕੋਈ ਬੱਚਾ ਡਾਇਰੀਆ ਦਾ ਜਾਂ ਇੱਦਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਵੇ, ਰਾਤ ਵੇਲੇ ਡਾਕਟਰ ਵੀ ਨੇੜੇ ਤੇੜੇ ਅਵੇਲੇਬਲ ਨਾ ਹੋਵੇ, ਕੋਈ ਸਾਧਨ ਨਾ ਹੋਵੇ, ਤਾਂ ਅਜਿਹਾ ਕੋਈ ਉਪਾਅ ਹੈਗਾ ਜਿਹੜਾ ਬੱਚੇ ਨੂੰ ਘਰ ਤੋਂ ਹੀ ਕੋਈ ਅਜਿਹੀ ਸ਼ੁਰੂਆਤ ਕੀਤੀ ਜਾਵੇ ਜਾਂ ਕੋਈ ਅਜਿਹੀ ਚੀਜ਼ ਦਿੱਤੀ ਜਾਵੇ ਜਿਸ ਦੇ ਨਾਲ ਉਹ ਉਸ ਰੋਗ ਦੇ ਨਾਲ ਲੜ ਸਕੇ ਅਤੇ ਡਾਇਰੀਆ ਦਾ ਸ਼ਿਕਾਰ ਹੋਣ ਤੋਂ ਬਚ ਸਕੇ? ਬਿਲਕੁਲ, ਬਹੁਤ ਹੀ ਵਾਜਿਬ ਕੁਐਸਚਨ ਹੈ ਤੁਹਾਡਾ। ਥੈਂਕ ਯੂ ਫॉर ਆਸਕਿੰਗ ਦਿਸ। ਮੈਂ ਨਹੀਂ ਤਾਂ ਸ਼ਾਇਦ ਮਿਸ ਕਰ ਰਿਹਾ ਸੀ ਇਸ ਚੀਜ਼ ਨੂੰ। ਤਾਂ ਐਕਚੁਅਲੀ ਇਸ ਤਰ੍ਹਾਂ ਜੀ, ਜੇ ਆਪਾਂ ਇਹੋ ਜਿਹੇ ਏਰੀਆਜ਼ ਦੇ ਵਿੱਚ ਆ ਜਿੱਥੇ ਆਪਾਂ ਇੱਕਦਮ ਡਾਕਟਰ ਦੀ ਸਹੂਲਤ ਆਪਾਂ ਨੂੰ ਨਹੀਂ ਮਿਲ ਸਕਦੀ, ਤਾਂ ਇਹੋ ਜਿਹੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਸੋਚਣ ਦੀ ਬਜਾਏ ਕਿ ਆਪਾਂ ਇਸ ਡਾਇਰੀਆ ਨੂੰ ਜਾਂ ਦਸਤਾਂ ਨੂੰ ਕਿਵੇਂ ਠੀਕ ਕਰੀਏ, ਸਾਰਿਆਂ ਨਾਲੋਂ ਪਹਿਲਾਂ ਗੱਲ ਇਹ ਵਿਚਾਰ ਕਰਨੀ ਜ਼ਰੂਰੀ ਹੈ ਕਿ ਜਿਹੜਾ ਡਾਇਰੀਆ ਕਰਕੇ ਪਾਣੀ ਦਾ ਲਾਸ ਹੋ ਰਿਹਾ, ਪਾਣੀ ਦਾ ਮਤਲਬ ਨਿਕਲਣ ਕਰਕੇ ਡੀਹਾਈਡਰੇਸ਼ਨ ਹੋ ਸਕਦੀ ਹੈ, ਜਿਸ ਕਰਕੇ ਇਹ ਘਾਤਕ ਸਾਬਤ ਹੋ ਸਕਦਾ ਹੈ। ਤਾਂ ਉਹ ਡੀਹਾਈਡਰੇਸ਼ਨ ਤੋਂ ਕਿਵੇਂ ਬਚਿਆ ਜਾਏ? ਤਾਂ ਡੀਹਾਈਡਰੇਸ਼ਨ ਤੋਂ ਬਚਣ ਦਾ ਇੱਕ ਸਿੱਧਾ ਤਰੀਕਾ ਹੈ ਕਿ ਪਾਣੀ ਸਰੀਰ ਚੋਂ ਬਾਹਰ ਨਿਕਲ ਰਿਹਾ, ਪਾਣੀ ਹੀ ਆਪਾਂ ਸਰੀਰ ਨੂੰ ਜ਼ਿਆਦਾ ਤੋਂ ਜ਼ਿਆਦਾ ਦਈਏ, ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪਿਲਾ ਦਈਏ। ਦੂਸਰਾ, ਇਲੈਕਟ੍ਰੋਲਾਈਟਸ ਨਿਕਲ ਰਹੇ ਹੁੰਦੇ ਆ, ਅਸੀਂ ਕਹਿੰਦੇ ਨਮਕ, ਚੀਨੀ ਨਿਕਲ ਰਹੀ ਹੈ, ਨਾਲ ਗਲੂਕੋਸ ਨਿਕਲ ਰਿਹਾ ਸਰੀਰ ਚੋਂ, ਜਿਹਦੇ ਕਰਕੇ ਬੱਚੇ ਨੂੰ ਕਮਜ਼ੋਰੀ ਆ ਜਾਂਦੀ ਇੱਕਦਮ। ਤਾਂ ਉਹ ਵੀ ਪੂਰਾ ਕਰੀਏ। ਤਾਂ ਵੈਸੇ ਤਾਂ ਅਸੀਂ ਕਹਿੰਦੇ ਹਾਂ ਵੀ ਓਰਲ ਰੀਹਾਈਡਰੇਸ਼ਨ ਸੋਲਿਊਸ਼ਨ ORS ਦੇ ਸੈਸ਼ੇ ਦੇਣੇ ਚਾਹੀਦੇ ਨੇ, ਪਰ ਜੇ ਉਹ ਨਹੀਂ ਹੈ, ਡਾਕਟਰ ਨਜ਼ਦੀਕ ਨਹੀਂ ਹੈ, ਤਾਂ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਕਿ ਪਾਣੀ ਦੇ ਵਿੱਚ ਨਮਕ ਤੇ ਚੀਨੀ ਦਾ ਘੋਲ ਬਣਾ ਕੇ ਦਿੱਤਾ ਜਾ ਸਕਦਾ ਹੈ। ਤਾਂ ਹੋਣਾ ਕਿੰਨਾ ਚਾਹੀਦਾ ਹੈ, ਜਿਵੇਂ ਕਹਿੰਦੇ ਵੀ ਤਕਰੀਬਨ 200 ਗ੍ਰਾਮ ਪਾਣੀ, ਉਹਦੇ ਵਿੱਚ 1 ਮੁੱਠੀ ਚੀਨੀ ਦੀ ਤੇ 1 ਚੁਟਕੀ ਨਮਕ ਦੀ ਪਾ ਕੇ ਇਹਨੂੰ ਇੱਕ ਰਫ ਓਰਲ ਰੀਹਾਈਡਰੇਸ਼ਨ ਸੋਲਿਊਸ਼ਨ ਬਹੁਤ ਹੀ ਵੰਡਰਫੁਲ ਕਿਹਾ ਜਾਂਦਾ ਤੇ ਉਹ ਬੱਚੇ ਨੂੰ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ। ਜਿਹਨੂੰ ਕਹਿੰਦੇ ਨੇ ਸਿਪ ਬਾਏ ਸਿਪ, ਥੋੜ੍ਹਾ ਕਰਕੇ ਥੋੜ੍ਹੇ ਟਾਈਮ ਤੇ 15 ਗ੍ਰਾਮ 20 ਗ੍ਰਾਮ ਛੋਟੇ ਬੱਚੇ ਨੂੰ, ਤੇ ਬੜੇ ਬੱਚੇ ਨੂੰ ਇਸ ਤਰ੍ਹਾਂ 50 ਤੋਂ 100 ਗ੍ਰਾਮ ਥੋੜ੍ਹੇ ਟਾਈਮ ਬਾਅਦ ਦਿੰਦੇ ਰਹੋ, ਤਾਂ ਕਿ ਉਸ ਨੂੰ ਡੀਹਾਈਡਰੇਸ਼ਨ ਤੋਂ ਬਚਾਇਆ ਜਾ ਸਕੇ। ਬਹਰਹਾਲ ਡਾਕਟਰ ਸਾਹਿਬ, ਅਗਰ ਗੱਲ ਕੀਤੀ ਜਾਵੇ ਇਸ ਗਰਮੀ ਦੇ ਮੌਸਮ ਦੇ ਨਾਲ ਜੁੜੀ ਬੱਚਿਆਂ ਦੀ ਹੋਰ ਬਿਮਾਰੀਆਂ ਦੀ, ਤਾਂ ਉਹ ਕਿਹੜੀਆਂ ਨੇ ਅਤੇ ਕਿਹੜੇ ਤਰੀਕੇ ਅਜਿਹੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਜਿਹੜਾ ਹੈਗਾ ਇਹਨਾਂ ਬਿਮਾਰੀਆਂ ਤੋਂ ਬੱਚਿਆਂ ਨੂੰ, ਛੋਟਿਆਂ ਨੂੰ ਤੇ ਜਿਹੜੇ ਦੂਸਰੇ ਹੋਰ ਵੱਡੇ ਬੱਚੇ ਨੇ ਉਹਨਾਂ ਨੂੰ ਬਚਾ ਸਕਦੇ ਹਾਂ? ਦੇਖੋ, ਜਿਵੇਂ ਕਿ ਮੋਸਟ ਕਾਮਨ ਤਾਂ ਜਿਹੜੀ ਤਕਲੀਫ ਹੈ ਉਹ ਡਾਇਰੀਆ, ਮਤਲਬ ਦਸਤ ਹੀ ਸਭ ਤੋਂ ਵੱਡੀ ਪ੍ਰੋਬਲਮ ਲੱਗਦੀ ਗਰਮੀਆਂ ਦੇ ਵਿੱਚ ਜਿਹੜੀ ਆਉਂਦੀ ਹੈ। ਸੈਕੰਡਲੀ, ਪਰ ਮੈਂ ਐਟ ਦੀ ਸੇਮ ਟਾਈਮ ਇਹ ਦੇਖਿਆ ਵੀ ਆਪਣੇ ਇਸ ਰੀਜਨ ਦੇ ਵਿੱਚ ਟਾਈਫਾਇਡ ਵੀ ਇਸ ਟਾਈਮ ਦੇ ਵਿੱਚ ਕਾਮਨ ਹੁੰਦਾ। ਉਹਦਾ ਰੀਜ਼ਨ ਇਹ ਹੈ ਕਿ ਵਾਟਰ ਬੋਡੀਜ਼ ਜਿਹੜੀਆਂ ਹੈਗੀਆਂ ਉਹ ਕੰਟੈਮੀਨੇਟ ਹੁੰਦੀਆਂ ਇਹੋ ਜਿਹੇ ਏਰੀਆਜ਼ ਦੇ ਵਿੱਚ ਜਿੱਥੇ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਨਹੀਂ ਕਰਿਆ ਜਾਂਦਾ ਆਪਣਾ ਪੀਣ ਵਾਲੇ ਪਾਣੀ ਨੂੰ। ਉੱਥੇ ਫਿਰ ਟਾਈਫਾਇਡ ਉੱਥੋਂ ਦੀ ਜਲਦੀ ਮਤਲਬ ਹੋ ਸਕਦਾ, ਇਨਫੈਕਸ਼ਨ ਹੋ ਸਕਦੀ ਹੈ। ਤਾਂ ਟਾਈਫਾਇਡ ਤੋਂ ਬਚਣ ਦਾ ਵੀ ਇੱਕੋ ਹੀ ਉਹੀ ਇੱਕ ਸਾਧਨ ਹੈ ਜਿਹੜਾ ਕਿ ਆਪਾਂ ਕਹਿੰਦੇ ਹਾਂ ਡਾਇਰੀਆ ਜਾਂ ਇਨਫੈਕਸ਼ਨ ਤੋਂ ਬਚਣਾ, ਦਸਤ ਤੋਂ ਬਚਣਾ, ਮੀਨਸ ਗਲਤ ਪਾਣੀ ਨਹੀਂ ਪੀਣਾ। ਪਾਣੀ ਦਾ ਜੇ ਡਾਊਟ ਹੈਗਾ ਤਾਂ ਉਹਨੂੰ ਉਬਾਲ ਕੇ ਪੀ ਲਓ, ਜੇ ਘਰੇ ਫਿਲਟਰ ਦਾ ਇੰਤਜ਼ਾਮ ਹੋ ਸਕਦਾ ਤਾਂ ਫਿਲਟਰ ਕਰਕੇ ਪੀ ਲਓ। ਟਾਈਫਾਇਡ ਕਾਫੀ ਕਾਮਨ ਚੀਜ਼ ਹੈ। ਇਸ ਤੋਂ ਇਲਾਵਾ ਅਗਰ ਆਪਾਂ ਵੈਕਸੀਨੇਸ਼ਨ ਵੀ ਪ੍ਰੋਪਰ ਕਰਦੇ ਰਹੀਏ ਇਸ ਦੀ, ਤਾਂ ਵੀ ਇਸ ਬਿਮਾਰੀ ਤੋਂ ਬਹੁਤ ਹੀ ਇਫੈਕਟਿਵਲੀ ਬਚਿਆ ਜਾ ਸਕਦਾ ਹੈ। ਬੱਚੇ ਦਾ ਸਕੂਲ ਟਾਈਮ ਬਚ ਜਾਂਦਾ ਹੈ, ਪੇਰੈਂਟਸ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਇੱਕ ਟਾਈਫਾਇਡ ਵਰਗੀ ਬਿਮਾਰੀ ਦਾ ਜਿਹੜਾ ਹੋ ਸਕਦਾ ਉਸ ਤੋਂ ਵੀ ਬਚਿਆ ਜਾ ਸਕਦਾ ਹੈ। ਡਾਕਟਰ ਸਾਹਿਬ, ਬੇਸਿਕਲੀ ਜਿਹੜਾ ਇਹ ਟਾਈਫਾਇਡ ਹੈਗਾ, ਇਸ ਟਾਈਫਾਇਡ ਦੇ ਹੋਣ ਦੇ ਮੁੱਖ ਕਾਰਨ ਕੀ ਨੇ ਤੇ ਕੀ ਮੰਨਿਆ ਜਾਵੇ ਕਿ ਬੁਖਾਰ ਜਦੋਂ ਵਿਗੜ ਜਾਂਦਾ ਹੈ ਉਹੀ ਟਾਈਫਾਇਡ ਦਾ ਰੂਪ ਲੈ ਜਾਂਦਾ ਹੈ ਤੇ ਕਿਤੇ ਨਾ ਕਿਤੇ ਇਹਦੇ 'ਚ ਲਾਪਰਵਾਹੀ ਵੀ ਵੱਡਾ ਕਾਰਨ ਬਣਦੀ?
ਐਕਚੁਅਲੀ ਇਹ ਮਿਥ ਹੈ ਕਿ ਜੇ ਬੁਖਾਰ ਨੂੰ ਸਹੀ ਤਰੀਕੇ ਨਾਲ ਹੈਂਡਲ ਨਾ ਕਰਿਆ ਜਾਵੇ ਤਾਂ ਉਹ ਆने ਵਾਲੇ ਫਿਰ ਵੱਧ ਕੇ ਟਾਈਫਾਇਡ ਬਣ ਜਾਂਦਾ ਹੈ, ਜਦਕਿ ਐਸਾ ਨਹੀਂ ਹੈ। ਐਕਚੁਅਲੀ ਟਾਈਫਾਇਡ ਆਪਣੇ ਆਪ 'ਚ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਕਿ ਕੰਟੈਮੀਨੇਟਿਡ ਵਾਟਰ ਤੋਂ ਹੀ ਫੈਲਦੀ ਹੈ, ਕੰਟੈਮੀਨੇਟਿਡ ਈਟੇਬਲਸ ਤੋਂ ਫੈਲਦੀ ਹੈ। ਸਪੋਜ਼ ਕਿਸੇ ਰੈਸਟੋਰੈਂਟ ਦੇ ਵਿੱਚ ਕਿਸੇ ਰੇਹੜੀ ਤੇ ਜੇ ਕਿਸੇ ਉਸ ਬੰਦੇ ਨੂੰ ਜਿਹੜਾ ਕਿ ਸਰਵ ਕਰ ਰਿਹਾ ਉਹਨੂੰ ਟਾਈਫਾਇਡ ਹੋ ਚੁੱਕਿਆ ਤਾਂ ਉਹ ਆਪਣੇ ਹੱਥਾਂ ਦੇ ਦੁਆਰਾ ਹੀ ਉਸ ਖਾਣੇ ਜਾਂ ਪਾਣੀ ਦੇ ਵਿੱਚ ਉਹ ਜਰਮਸ ਜਿਹੜੇ ਹੈਗੇ ਨੇ, ਬੈਕਟੀਰੀਆ ਹੈਗੇ ਟਾਈਫਾਇਡ ਦੇ, ਆਪਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਫੈਲਾ ਸਕਦਾ, ਕੀਟਾਣੂ ਫੈਲਾ ਸਕਦਾ ਬੜੇ ਈਜ਼ੀਲੀ। ਸੋ ਇਸੇ ਲਈ ਕਿਹਾ ਜਾਂਦਾ ਕਿ ਜਦੋਂ ਪੂਰੀ ਗਰਮੀ ਹੁੰਦੀ ਹੈ ਉਦੋਂ ਰੇਹੜੀਆਂ ਤੋਂ ਜਾਂ ਢੱਕੀ ਹੋਈ ਚੀਜ਼ਾਂ ਜਿਨ੍ਹਾਂ ਨੇ ਨਹੀਂ ਕਵਰ ਕਰੀਆਂ ਹੋਈਆਂ ਉਹ ਨਹੀਂ ਖਾਣੀ ਚਾਹੀਦੀਆਂ, ਕਿਉਂਕਿ ਉਹੀ ਦਸਤ ਕਰਦੀ ਹੈ, ਉਹੀ ਟਾਈਫਾਇਡ ਕਰ ਸਕਦੀ ਹੈ। ਤਾਂ ਬੈਸਟ ਤਰੀਕਾ ਇਹੀ ਹੈ ਵੀ ਅਵੋਇਡ ਈਟਿੰਗ ਆਊਟਸਾਈਡ ਫਰੋਮ ਅਨਰਿਲਾਇਬਲ ਸੋਰਸਿਸ ਇਨ ਸਮਰਸ। ਤੇ ਜੇ ਆਪਾਂ ਕਰਦੇ ਵੀ ਹਾਂ ਇਹ ਜਿਹਾ ਸੇਵਨ ਤਾਂ ਬਹੁਤ ਹੀ ਇਹਤਿਆਤ ਨਾਲ ਰੱਖੀਏ ਤੇ ਆਪਣੀ ਵੈਕਸੀਨਸ ਨੂੰ ਟਾਈਮ ਸਿਰ ਬੱਚਿਆਂ ਦੇ ਲਗਵਾਉਂਦੇ ਰਹੀਏ। ਡਾਕਟਰ ਸਾਹਿਬ, ਤੁਹਾਡੀ ਨਜ਼ਰ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਲਈ ਇਹ ਵੀ ਜਾਣਨਾ ਚਾਹਾਂਗੇ ਕਿ ਅੱਜ ਦੇ ਜਿਹੜਾ ਇਹ ਦੌਰ ਚੱਲ ਰਿਹਾ ਇਸ ਦੇ ਵਿੱਚ ਜਿਹੜਾ ਬੱਚਿਆਂ ਦਾ ਖਾਣਾ ਪੀਣਾ ਹੈਗਾ ਉਹ ਕਾਫੀ ਹੱਦ ਤੱਕ ਬਦਲ ਗਿਆ। ਬੱਚੇ ਜਿਹੜਾ ਹੈਗਾ ਉਹ ਫਾਸਟ ਫੂਡ ਦੇ ਲਈ ਜਿੱਦ ਕਰਦੇ ਨੇ, ਜਿਹਦੇ ਅੱਗੇ ਮਾਂ-ਬਾਪ ਝੁਕਦੇ ਹੋਏ ਅੱਜ ਉਹਨਾਂ ਨੂੰ ਧੜੱਲੇ ਨਾਲ ਖਵਾ ਵੀ ਰਹੇ ਨੇ, ਤੇ ਇਹ ਅੱਗੇ ਜਾ ਕੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਦਿੱਕਤ ਪੈਦਾ ਕਰ ਸਕਦਾ ਅਤੇ ਇਹ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ, ਇਸ ਤੇ ਕਿਸ ਤਰੀਕੇ ਦੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨੂੰ ਦਿਓਗੇ? ਨਿਊਟ੍ਰੀਸ਼ਨ ਇਨ ਚਿਲਡਰਨ ਜਿਹਨੂੰ ਤੁਸੀਂ ਇਹ ਸਵਾਲ ਕਰਿਆ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਮੈਨੂੰ ਲੱਗਦਾ ਪੂਰਾ ਚੈਪਟਰ ਜਾਂ ਪੂਰੀ ਡਿਸਕਸ਼ਨ ਹੈ। ਪਰ ਫਿਰ ਵੀ ਮੈਂ ਇਹ ਦੱਸਣਾ ਚਾਹਾਂਗਾ ਜਿਹੜਾ ਫਾਸਟ ਫੂਡ ਹੈ ਇਹਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਘਾਤਕ ਕੰਪੋਜੀਸ਼ਨ ਜਿਹੜੀ ਇਹਦੀ ਹੈਗੀ ਉਹਦੇ ਵਿੱਚ ਐਕਸਟਰਾ ਸ਼ੂਗਰਸ ਤੇ ਜਿਹੜੇ ਸੈਚੂਰੇਟਿਡ ਫੈਟਸ ਇਹ ਹੁੰਦੇ ਨੇ। ਇਹ ਦੋਨਾਂ ਦੇ ਨਾਲ ਕੀ ਹੁੰਦਾ ਕਿ ਬੱਚੇ ਇਨਫੈਕਸ਼ਨਸ ਦੇ ਪ੍ਰੋਨ, ਮਤਲਬ ਜਲਦੀ ਇਨਫੈਕਸ਼ਨ ਪਕੜਨ ਦੇ ਲਈ ਤਿਆਰ ਹੋ ਜਾਂਦੇ ਨੇ। ਸੈਕੰਡਲੀ ਇਹ ਵਾਲੀ ਜਿਹੜੀ ਪ੍ਰੋਡਕਟਸ ਨੇ ਜਦੋਂ ਆਪਣੀ ਬਾਡੀ ਦੇ, ਆਪਣੇ ਬੱਚਿਆਂ ਦੀ ਬਾਡੀ 'ਚ ਜਾਂਦੇ ਨੇ ਤਾਂ ਬਹੁਤ ਹੀ ਜਲਦੀ ਮੋਟਾਪਾ ਵੀ ਕਰਦੇ ਨੇ। ਤਾਂ ਤੁਸੀਂ ਦੇਖਿਆ ਹੋਣਾ ਕਿ ਹਾਲਾਂਕਿ ਇਹੀ ਵੈਸੇ ਵਜ਼ਨ ਵਧਾਉਣ ਦੇ ਲਈ ਜੇ ਆਪਾਂ ਬਹੁਤ ਜ਼ਿਆਦਾ ਉਹ ਕਰੀਏ, ਸਾਧਨ ਜੁਟਾਈਏ ਤਾਂ ਵਜ਼ਨ ਨਹੀਂ ਵਧਾ ਪਾਉਂਦੇ, ਲੇਕਿਨ ਜਿਹੜੇ ਜੰਕ ਫੂਡ ਖਾ ਰਹੇ ਹੁੰਦੇ ਬੱਚੇ ਨੇ ਉਹਨਾਂ ਦੇ ਵਜ਼ਨ ਬੜੀ ਤੇਜ਼ੀ ਨਾਲ ਵਧ ਰਹੇ ਹੁੰਦੇ ਨੇ। ਉਹਦਾ ਰੀਜ਼ਨ ਇਹੀ ਹੈ ਕਿ ਉਹਦੇ ਵਿੱਚ ਜਿਹੜੇ ਜਿਹਨੂੰ ਕਹਿੰਦੇ ਨੇ ਰੋਂਗ ਫੈਟਸ ਤੇ ਸ਼ੂਗਰਸ ਜਾ ਰਹੇ ਨੇ, ਜਿਹੜੇ ਕਿ ਬੱਚੇ ਦੀ ਇਮਿਊਨਿਟੀ ਵੀ ਘਟਾ ਰਹੇ ਨੇ, ਬਾਰੀ ਇਨਫੈਕਸ਼ਨਸ ਵੀ ਕਰ ਰਹੇ ਨੇ, ਪਲੱਸ ਉਹਨਾਂ ਨੂੰ ਮੋਟਾਪਾ ਵੀ ਕਰ ਰਹੇ ਨੇ। ਹੁਣ ਕਹਿਣ ਨੂੰ ਤਾਂ ਮੋਟਾਪਾ ਇੱਕ ਮੋਟਾਪਾ ਹੈ, ਲੇਕਿਨ ਓਬੈਸਿਟੀ, ਮੋਟਾਪਾ ਆਪਣੇ ਆਪ 'ਚ ਇੱਕ ਮਲਟੀ ਸਿਸਟਮ ਡਿਸਆਰਡਰ ਹੈ, ਜਿਹਦੇ ਕਰਕੇ ਆਉਣ ਵਾਲੇ ਟਾਈਮ ਵਿੱਚ ਸ਼ੂਗਰ ਹੋ ਸਕਦੀ ਹੈ, ਹਾਈਪਰਟੈਂਸ਼ਨ, ਬਲੱਡ ਪ੍ਰੈਸ਼ਰ ਹੋ ਸਕਦਾ ਹੈ, ਹਾਰਟ ਦੀ ਹੋਰ ਬਿਮਾਰੀਆਂ ਵੀ ਹੋ ਸਕਦੀਆਂ, ਜੋੜਾਂ ਦੀ ਬਿਮਾਰੀਆਂ ਵੀ ਹੋ ਸਕਦੀਆਂ। ਸੋ ਇਟ ਇਜ਼ ਅ ਸਿੰਡਰੋਮ ਕੰਪਲੈਕਸ ਆਈ ਵੁੱਡ ਸੇ। ਸੋ ਜੰਕ ਫੂਡ ਇਜ਼ ਅ ਬਿਗ ਨੋ। ਅੱਜ ਦੇ ਟਾਈਮ ਵਿੱਚ ਪੇਰੈਂਟਸ ਨੂੰ ਆਪਣੇ ਬੱਚਿਆਂ ਦੀ ਡਾਈਟ ਦੇ ਉੱਤੇ ਬਹੁਤ ਹੀ ਜ਼ਿਆਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਐਂਡ ਆਈ ਥਿੰਕ ਵੀ ਵਿਲ ਡਿਸਕਸ ਸਮ ਅਦਰ ਡੇ ਔਨ ਨਿਊਟ੍ਰੀਸ਼ਨ ਸੋ ਦੈਟ ਕਿ ਇਹ ਬੱਚਿਆਂ ਦੇ ਪੇਰੈਂਟਸ ਨੂੰ ਆਪਾਂ ਸਹੀ ਤਰੀਕੇ ਇਸ ਦੇ ਉੱਤੇ ਗਾਈਡ ਕਰ ਸਕੀਏ। ਜੀ ਬਹਿਰਹਾਲ ਦੋਸਤੋ, ਡਾਕਟਰ ਅਜੇ ਗੁਪਤਾ ਜੀ ਜਿਹੜੇ ਬੱਚਿਆਂ ਦੇ ਰੋਗਾਂ ਤੇ ਮਾਹਰ ਨੇ, ਉਹਨਾਂ ਦੀ ਗੱਲਾਂ ਦੇ ਰਾਹੀਂ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਹੈ ਕਿ ਖਾਣ ਪਾਣ ਦਾ ਵੀ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਰੋਲ ਹੈ। ਲੇਕਿਨ ਜੇਕਰ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਬਿਮਾਰੀ ਦੇ ਘੇਰੇ ਵਿੱਚ ਆਉਂਦਾ ਹੈ ਜਾਂ ਕਿਸੇ ਬਿਮਾਰੀ ਦੇ ਲੱਛਣ ਤੁਹਾਨੂੰ ਆਪਣੇ ਬੱਚੇ ਵਿੱਚ ਲੱਗਦੇ ਨੇ ਤਾਂ ਨਈਮ ਹਕੀਮ ਬਣਨ ਦੀ ਬਜਾਏ ਛੇਤੀ ਤੋਂ ਛੇਤੀ ਡਾਕਟਰ ਕੋਲ ਪੁੱਜਣ ਵਾਲੀ ਰਾਹ ਤੁਹਾਨੂੰ ਫੜਨੀ ਚਾਹੀਦੀ ਹੈ। ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਹੈਲਥ ਮੰਤਰਾ ਦੇ ਵਿੱਚ ਇੰਨਾ ਹੀ। ਅਗਲੀ ਵਾਰ ਫਿਰ ਕਿਸੇ ਸ਼ਖਸੀਅਤ ਨਾਲ ਯਾਨੀ ਹੋਰ ਰੋਗ ਵਿਸ਼ੇਸ਼জ্ঞ ਡਾਕਟਰ ਦੇ ਨਾਲ ਹਾਜ਼ਰ ਹੋਵਾਂਗੇ ਇਸੇ ਪ੍ਰੋਗਰਾਮ ਦੇ ਰਾਹੀਂ। ਬਹਿਰਹਾਲ ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਸਾਰੀ ਜਾਣਕਾਰੀ ਦਿੱਤੀ, ਬਹੁਤ ਧੰਨਵਾਦ। ਦੋਸਤੋ, ਹੈਲਥ ਮੰਤਰਾ ਪ੍ਰੋਗਰਾਮ ਦੇ ਰਾਹੀਂ ਅੱਜ ਤੁਸੀਂ ਡਾਕਟਰ ਅਜੇ ਗੁਪਤਾ ਜੀ ਦੇ ਕੋਲੋਂ ਜਾਣ ਰਹੇ ਸੀ ਬੱਚਿਆਂ ਦੇ ਨਾਲ ਜੁੜੇ ਹੋਏ ਰੋਗਾਂ ਦੇ ਬਾਰੇ ਅਤੇ ਉਹਨਾਂ ਦੇ ਕੁਝ ਇਲਾਜ ਦੇ ਬਾਰੇ, ਵੈਕਸੀਨੇਸ਼ਨ ਦੇ ਬਾਰੇ। ਲਿਹਾਜ਼ਾ ਇੱਕ ਗੱਲ ਸਾਫ਼ ਤੌਰ ਤੇ ਕਿ ਖਾਣ ਪਾਣ ਦਾ ਧਿਆਨ ਰੱਖਣਾ ਵੀ ਮਾਂ-ਬਾਪ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਕਿ ਬੱਚੇ ਜਿਹੜਾ ਹੈਗਾ ਉਹ ਵੱਧਦੀ ਉਮਰ ਦੇ ਵਿੱਚ ਮੋਟਾਪੇ ਦਾ ਸ਼ਿਕਾਰ ਨਾ ਹੋਣ ਤੇ ਦੂਜੇ ਰੋਗਾਂ ਦੀ ਗ੍ਰਿਫਤ ਵਿੱਚ ਨਾ ਆ ਸਕਣ। ਬਹਰਹਾਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਮਾਹਰ ਡਾਕਟਰ ਦੇ ਨਾਲ। ਫਿਲਹਾਲ ਮੈਨੂੰ ਯਾਨੀ ਗਗਨਦੀਪ ਨਾਰੰਗ ਨੂੰ ਤੁਸੀਂ ਦਿਓ ਇਜਾਜ਼ਤ। ਧੰਨਵਾਦ। ਵੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡਾਇਟ ਸਪਲੀਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।